ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਗੌਰ ਕਰਿਓ, ਕਹਿੰਦੇ ਨੇ ਕਈ ਲੋਕ ਐਸੇ ਨੇ ਜਿਹੜੇ ਨਾ ਮੋਨ ਭਇਓ ਮੋਨੀ ਹੋ ਜਾਂਦੇ ਨੇ। ਵੇਖੋ, ਇੱਕ ਤੇ ਉਹ ਬੱਚਾ ਹੈ ਨਾ ਜਿਹੜਾ ਜਨਮ ਤੋਂ ਹੀ ਮੌਨ ਹੈ, ਜਿਹੜਾ ਬੋਲ ਨਹੀਂ ਸਕਦਾ, ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਇਹ ਗੂੰਗਾ ਹੈ, ਇਹ ਬੋਲ ਨਹੀਂ ਸਕਦਾ, ਇਹਦੀ ਆਵਾਜ਼ ਨਹੀਂ ਨਿਕਲਦੀ। ਪਰ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਧਰਮੀ ਦੁਨੀਆ ਦੇ ਵਿੱਚ ਦੱਸਣਾ ਚਾਹੁੰਦੇ ਨੇ ਨਾ। ਉਹਨਾਂ ਦੀ ਕਰਤੂਤ ਕੀ ਹੈ? ਉਹ ਬੋਲ ਸਕਦੇ ਨੇ ਪਰ ਬੋਲਦੇ ਨਹੀਂ। ਤੇ ਚੇਲੇ ਪਤਾ ਕੀ ਕਹਿੰਦੇ ਨੇ? ਇਹ ਮੋਨੀ ਬਾਬਾ ਜੀ ਨੇ, ਇਹ ਬੋਲਦੇ ਨਹੀਂ ਹੈਗੇ। ਕਈ ਤੇ ਐਸੇ ਨੇ ਜਿਹੜੇ ਕਦੀ ਵੀ ਨਹੀਂ ਬੋਲਦੇ, ਤੇ ਕਈਆਂ ਨੇ ਕੁਝ ਕੁ ਦਿਨ ਬਾਅਦ, ਕੁਝ ਕੁ ਮਹੀਨਿਆਂ ਬਾਅਦ ਇਹ ਪਖੰਡ ਕਰਨਾ ਹੁੰਦਾ ਹੈ। ਬਾਬਾ ਜੀ ਨੇ ਨਾ ਮੌਨ ਵਰਤ ਰੱਖਿਆ ਹੋਇਆ ਹੈ, ਇਹ ਬਾਬਾ ਜੀ ਬੋਲਦੇ ਨਹੀਂ। ਤੇ ਜ਼ੁਬਾਨ ਤੋਂ ਨਾ ਬੋਲਣ ਨੂੰ ਉਹ ਲੋਕ ਧਰਮ ਦਾ ਕਰਮ ਸਮਝਦੇ ਨੇ ਕਿ ਅਸੀਂ ਬਹੁਤ ਵੱਡਾ ਧਰਮ ਦਾ ਕਰਮ ਕਰਦੇ ਪਏ ਆ, ਅਸੀਂ ਵੇਖੋ ਕਿੱਡੇ ਵੱਡੇ ਧਰਮੀ ਆ। ਪਰ ਸੱਚ ਕਰਕੇ ਜਾਣਿਓ, ਜਿਹੜਾ ਬੰਦਾ ਮੋਨੀ ਹੋ ਕੇ ਬੈਠਾ ਹੈ ਨਾ, ਜ਼ੁਬਾਨ ਤੋਂ ਕੁਝ ਬੋਲਦਾ ਨਹੀਂ ਪਿਆ, ਮੰਨ ਲਓ ਉਹਨੂੰ ਪਿਆਸ ਲੱਗੀ ਹੈ, ਕੀ ਕਹੇਗਾ ਆਪਣੇ ਚੇਲੇ ਨੂੰ? ਹੁਣ ਬੋਲੇਗਾ ਤੇ ਨਹੀਂ। ਹੋ ਸਕਦਾ ਇਸ਼ਾਰਾ ਕਰਕੇ ਦੱਸੇ ਕਿ ਮੈਨੂੰ ਨਾ ਪਿਆਸ ਲੱਗੀ ਹੈ। ਹੋ ਸਕਦਾ ਹੈ ਉਹਨੇ ਕਾਗਜ਼ ਪੈਨ ਜਿਹੜਾ ਹੈ ਉਹ ਲਾਗੇ ਰੱਖਿਆ ਹੋਵੇ, ਲਿਖ ਕੇ ਦੱਸੇ ਕਿ ਮੈਨੂੰ ਪਾਣੀ ਦੇ, ਮੈਨੂੰ ਪਿਆਸ ਲੱਗੀ ਹੈ, ਮੈਨੂੰ ਰੋਟੀ ਦੇ, ਮੈਨੂੰ ਭੁੱਖ ਲੱਗੀ ਹੈ। ਠੀਕ ਹੈ, ਜ਼ੁਬਾਨ ਤੋਂ ਨਹੀਂ ਬੋਲਦਾ ਪਿਆ, ਜ਼ੁਬਾਨ ਕਰਕੇ ਉਹ ਮੋਨੀ ਹੋਇਆ ਹੈ, ਪਰ ਦਿਮਾਗ ਤੋਂ ਤਾਂ ਫਿਰ ਵੀ ਬੋਲੀ ਜਾ ਰਿਹਾ ਹੈ। ਠੀਕ ਹੈ ਨਾ? ਦਿਮਾਗ ਕਰਕੇ ਚੁੱਪ ਕਿੱਥੇ ਹੈ? ਲਿਖ ਰਿਹਾ ਹੈ, ਇਹਦਾ ਮਤਲਬ ਅੰਦਰ ਤਾਂ ਬੋਲ ਹੀ ਰਿਹਾ ਹੈ ਨਾ। ਆਪਣੇ ਅੰਦਰ ਜਦੋਂ ਇਸ਼ਾਰੇ ਕਰਦਾ ਪਿਆ ਹੈ, ਜ਼ੁਬਾਨ ਕਰਕੇ ਨਹੀਂ ਬੋਲਦਾ ਪਿਆ, ਪਰ ਆਪਣੇ ਅੰਦਰ ਤੇ ਬੋਲਦਾ ਹੀ ਪਿਆ ਹੈ ਨਾ। ਇਸੇ ਕਰਕੇ ਤੇ ਮਹਿਲਾ ਪਹਿਲਾ ਨੇ ਜਪ ਬਾਣੀ ਦੇ ਵਿੱਚ ਇਹ ਗੱਲ ਕਹੀ ਸੀ ਨਾ, ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਉਹ ਭਲਿਆ ਤੂੰ ਲਿਵ ਤਾਰ ਸਮਾਧੀਆਂ ਲਾ ਕੇ ਬੜਾ ਚੁੱਪ ਹੋ ਕੇ ਬਹਿ ਜਾਂਦਾ, ਬੜਾ ਮੋਨੀ ਹੋ ਕੇ ਬਹਿ ਜਾਂਦਾ, ਪਰ ਜ਼ੁਬਾਨ ਕਰਕੇ ਚੁੱਪ ਹੋਣ ਦੇ ਨਾਲ ਕੀ ਤੇਰਾ ਅੰਦਰ ਵੀ ਚੁੱਪ ਹੋ ਜਾਂਦਾ? ਕੀ ਹੁੰਦਾ? ਬਿਲਕੁਲ ਨਹੀਂ ਹੁੰਦਾ। ਚੁੱਪ ਹੈ, ਚੁੱਪ ਨਾ ਹੋ ਗਈ। ਜ਼ੁਬਾਨ ਕਰਕੇ ਤੂੰ ਚੁੱਪ ਹੈ, ਪਰ ਤੇਰਾ ਅੰਦਰ ਚੁੱਪ ਨਹੀਂ ਹੈ, ਅੰਦਰੋਂ ਤਾਂ ਤੂੰ ਬੋਲੀ ਜਾ ਰਿਹਾ। ਹੁਣ ਬੰਦਾ ਮੰਨ ਲਓ ਸਮਾਧੀ ਲਾ ਕੇ ਬੈਠਾ ਹੋਇਆ, ਜ਼ੁਬਾਨ ਕਰਕੇ ਚੁੱਪ ਹੈ, ਪਰ ਅੰਦਰ ਤੇ ਕੋਈ ਨਾ ਕੋਈ ਖਿਆਲ ਜਿਹੜੇ ਨੇ ਉਹ ਚੱਲੀ ਜਾ ਰਹੇ ਨੇ ਨਾ। ਅੰਦਰ ਤੇ ਕੋਈ ਨਾ ਕੋਈ ਵਿਚਾਰ ਜਿਹੜੀ ਹੈ ਉਹ ਚੱਲੀ ਜਾ ਰਹੀ ਹੈ ਨਾ। ਸੋ ਇਸ ਤਰ੍ਹਾਂ ਦੇ ਜਿਹੜੇ ਪਖੰਡ ਨੇ, ਇਹ ਪਖੰਡ ਕਰਕੇ ਕੋਈ ਬੰਦਾ ਇਹ ਸਮਝੇ ਕਿ ਮੈਂ ਬਹੁਤ ਵੱਡਾ ਧਰਮੀ ਹੋ ਗਿਆ, ਤੇ ਮਹਿਲਾ ਪੰਜਵਾਂ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਨਹੀਂ ਭਲਿਆ, ਇਹਦੇ ਨਾਲ ਵੀ ਧਰਮੀ ਨਹੀਂ ਬਣਿਆ ਜਾਣਾ। ਗੌਰ ਕਰਿਓ, ਕਹਿੰਦੇ ਨੇ ਮੌਨ ਭਇਓ। ਕਈ ਬੰਦੇ ਐਸੇ ਨੇ ਜਿਹੜੇ ਮੋਨੀ ਹੋ ਗਏ ਨੇ, ਚੁੱਪ ਸਾਧੀ ਬੈਠੇ ਨੇ, ਕਰ ਪਾਤੀ। ਤੇ ਕਈ ਐਸੇ ਨੇ ਜਿਨ੍ਹਾਂ ਨੇ ਨਾ ਭਾਂਡੇ ਛੱਡ ਦਿੱਤੇ ਨੇ। ਉਹ ਕਰਦੇ ਕੀ ਨੇ? ਹੱਥ ਦੇ ਉੱਤੇ ਭੋਜਨ ਛਕਦੇ ਨੇ। ਜਿਵੇਂ ਮੰਨ ਲਓ ਦਾਲ ਪ੍ਰਸ਼ਾਦਾ ਛਕਣਾ ਹੈ, ਹੁਣ ਥਾਲੀ ਦਿੱਤੀ ਗਈ ਵੀ ਥਾਲੀ ਦੇ ਵਿੱਚ ਪਾ ਕੇ ਦਾਲ ਪ੍ਰਸ਼ਾਦਾ ਛਕ ਲਓ। ਉਹ ਕਹਿੰਦੇ ਜੀ ਥਾਲੀ ਨਹੀਂ ਚਾਹੀਦੀ ਸਾਨੂੰ, ਹੱਥ ਦੇ ਉੱਤੇ ਹੀ ਪ੍ਰਸ਼ਾਦਾ ਰੱਖੋ, ਇਹਦੇ ਉੱਤੇ ਹੀ ਦਾਲ ਪਾ ਦਿਓ, ਅਸੀਂ ਤੇ ਇਸੇ ਤਰੀਕੇ ਨਾਲ ਖਾਂਦੇ ਹੁੰਦੇ ਆ। ਮਤਲਬ ਭਾਂਡੇ ਨੂੰ, ਬਰਤਨ ਨੂੰ ਪਾਸੇ ਕਰਨਾ ਉਹਨਾਂ ਨੇ ਧਰਮ ਸਮਝਿਆ ਹੋਇਆ ਵੀ ਹੱਥ ਦੇ ਉੱਤੇ ਅਸੀਂ ਬਸ ਦਾਲ ਪ੍ਰਸ਼ਾਦਾ ਲੈ ਕੇ ਖਾ ਰਹੇ ਹਾਂ। ਵੇਖੋ ਅਸੀਂ ਕਿੱਡੇ ਵੱਡੇ ਧਰਮੀ ਆ, ਇਸੇ ਚੀਜ਼ ਨੂੰ ਧਰਮ ਦਾ ਨਾਮ ਦੇ ਦਿੱਤਾ ਹੈ। ਅੱਜ ਤੋਂ ਕਾਫੀ ਸਾਲ ਪੁਰਾਣੀ ਗੱਲ ਹੈ, ਲੁਧਿਆਣੇ ਦੀ। ਮੈਨੂੰ ਇੱਕ ਵੀਰ ਉੱਥੇ ਦੱਸੇ, ਕਹਿੰਦਾ ਮੇਰਾ ਇੱਕ ਦੋਸਤ ਹੈ, ਉਹ ਨਾ ਬਰਤਨ ਦੀ ਵਰਤੋਂ ਕਦੀ ਨਹੀਂ ਕਰਦਾ, ਕਿਸੇ ਭਾਂਡੇ ਦੀ ਵਰਤੋਂ ਨਹੀਂ ਕਰਦਾ। ਜਦੋਂ ਉਹਨੇ ਰੋਟੀ ਖਾਣੀ ਹੈ ਉਹ ਥਾਲੀ ਦੇ ਵਿੱਚ ਨਹੀਂ ਖਾਂਦਾ, ਉਹ ਹੱਥ ਦੇ ਉੱਤੇ ਖਾਂਦਾ। ਮੈਂ ਕਿਹਾ ਇਦਾਂ ਕਿਉਂ? ਕਹਿੰਦਾ ਉਹ ਮੈਨੂੰ ਦੱਸਦਾ ਹੈ ਕਿ
ਜਦੋਂ ਥਾਲੀਆਂ ਨਹੀਂ ਸੀ ਹੁੰਦੀਆਂ ਉਦੋਂ ਵੀ ਤੇ ਬੰਦਾ ਇਸ ਤਰੀਕੇ ਨਾਲ ਖਾਂਦਾ ਹੀ ਸੀ ਨਾ। ਤੇ ਇਸੇ ਕਰਕੇ ਮੈਂ ਹੁਣ ਵੀ ਉਸੇ ਤਰੀਕੇ ਨਾਲ ਖਾਣਾ ਹਾਂ। ਇੱਕ ਤੇ ਰੋਟੀ ਖਾਧੀ ਜਾਂਦੀ ਹੈ, ਨਾਲ ਦੇ ਨਾਲ ਮੈਂ ਧਰਮ ਵੀ ਨਿਭਾ ਲੈਂਦਾ ਹਾਂ। ਜਦੋਂ ਮੈਂ ਇਹ ਸ਼ਬਦ ਪੜ੍ਹਿਆ ਤੇ ਮੈਂ ਉਸ ਵੀਰ ਨੂੰ ਦੱਸਿਆ, ਮੈਂ ਕਿਹਾ ਵੀਰੇ, ਗੁਰਬਾਣੀ ਵਿੱਚ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਨਾ ਕਿ ਹੱਥ ਦੇ ਉੱਤੇ ਅਸੀਂ ਭੋਜਨ ਰੱਖ ਕੇ ਖਾ ਰਹੇ ਹਾਂ ਤੇ ਅਸੀਂ ਧਰਮ ਕਮਾ ਰਹੇ ਹਾਂ, ਐਸੇ ਲੋਕਾਂ ਨੂੰ ਮੂਰਖ ਕਿਹਾ ਗਿਆ ਹੈ। ਜੇ ਤੁਹਾਡੇ ਕੋਲ ਥਾਲੀ ਹੈਗੀ ਹੈ ਤੇ ਉਹਦੀ ਵਰਤੋਂ ਕਰੋ, ਕਿਉਂ ਖਾਣਾ ਹੱਥ ਦੇ ਉੱਤੇ ਰੱਖ ਕੇ? ਹਾਂ, ਕਦੀ ਕੋਈ ਐਸੀ ਗੱਲ ਹੈ ਕਿ ਸਾਡੇ ਕੋਲ ਥਾਲੀ ਨਹੀਂ ਹੈਗੀ, ਅਸੀਂ ਕਿਸੇ ਇਹੋ ਜਿਹੀ ਜਗ੍ਹਾ ਦੇ ਉੱਤੇ ਗਏ ਹੋਏ ਹਾਂ, ਠੀਕ ਹੈ ਨਾ, ਕੋਈ ਥਾਲੀ ਨਹੀਂ ਹੈ, ਕੋਈ ਬਰਤਨ ਨਹੀਂ ਹੈ, ਠੀਕ ਹੈ, ਹੱਥ ਦੇ ਉੱਤੇ ਰੱਖ ਕੇ ਖਾਧੀ ਜਾ ਸਕਦੀ ਹੈ। ਪਰ ਘਰ ਦੇ ਵਿੱਚ ਥਾਲੀ ਹੋਵੇ, ਪਲੇਟਾਂ ਹੋਣ, ਬੰਦਾ ਫਿਰ ਵੀ ਆਖੇ ਮੈਂ ਤੇ ਹੱਥ ਤੇ ਹੀ ਖਾਵਾਂਗਾ, ਇਹ ਤਾਂ ਧਰਮ ਕਮਾ ਰਿਹਾ ਮੈਂ, ਤਾਂ ਇਹ ਤਾਂ ਸਿਰੇ ਦੀ ਮੂਰਖਤਾ ਹੀ ਹੈ ਨਾ। ਮੋਨ ਭਇਓ ਕਰ ਪਾਤੀ, ਰਹਿਓ ਨਗਨ ਫਿਰਿਓ ਬਨ ਮਾਹੀ। ਕਈ ਐਸੇ ਨੇ ਜਿਹੜੇ ਤਨ ਦੇ ਉੱਤੇ ਨਾ ਕੱਪੜੇ ਨਹੀਂ ਪਾਉਂਦੇ, ਉਹ ਨਗਨ ਰਹਿੰਦੇ ਨੇ ਤੇ ਨਗਨ ਰਹਿ ਕੇ ਸੋਚਦੇ ਨੇ ਕਿ ਅਸੀਂ ਇਸ ਤਰੀਕੇ ਦੇ ਨਾਲ ਧਰਮ ਕਮਾ ਰਹੇ ਹਾਂ। ਰਹਿਓ ਨਗਨ ਫਿਰਿਓ ਬਨ ਮਾਹੀ, ਇੱਕ ਤਾਂ ਤਨ ਤੋਂ ਕੱਪੜੇ ਲਾ ਦਿੱਤੇ ਨੇ ਤੇ ਹੁਣ ਕਰਦੇ ਕੀ ਨੇ? ਫਿਰਿਓ ਬਨ ਮਾਹੀ, ਜੰਗਲਾਂ ਦੇ ਵਿੱਚ ਫਿਰਦੇ ਨੇ। ਹੁਣ ਜਿਵੇਂ ਨਾਂਗੇ ਸਾਧੂਆਂ ਦੀ ਗੱਲ ਆਪਾਂ ਕਰਦੇ ਹਾਂ ਨਾ, ਤਨ ਦੇ ਉੱਤੇ ਕੱਪੜੇ ਨਾ ਪਾਉਣ ਨੂੰ ਉਹਨਾਂ ਲੋਕਾਂ ਨੇ ਧਰਮ ਸਮਝਿਆ ਹੁੰਦਾ ਹੈ। ਜਿਵੇਂ ਸ਼੍ਰੀ ਚੰਦ ਨੇ ਵੀ ਕੱਪੜੇ ਉਤਾਰ ਦਿੱਤੇ ਸੀਗੇ, ਲੰਗੋਟੀ ਦੇ ਵਿੱਚ ਰਹਿੰਦਾ ਸੀਗਾ, ਉਹ ਵੀ ਤੇ ਆਪਣੇ ਆਪ ਨੂੰ ਧਰਮੀ ਸਮਝਦਾ ਹੋਵੇਗਾ ਨਾ। ਪਰ ਗੁਰਬਾਣੀ ਨੇ ਕੀ ਆਖਿਆ? ਗੁਰਬਾਣੀ ਨੇ ਆਖਿਆ ਵਸਤਰ ਨਾ ਪਹਿਰੇ। ਜਿਹੜੇ ਲੋਕ ਆਪਣੇ ਤਨ ਦੇ ਉੱਤੇ ਵਸਤਰ ਨਹੀਂ ਪਾਉਂਦੇ, ਉਹਨਾਂ ਦੀ ਗੱਲ ਕੀਤੀ ਹੈ। ਵਸਤਰ ਨਾ ਪਹਿਰੇ ਅਹਨਿਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਜਿਹੜਾ ਆਪਣੇ ਤਨ ਦੇ ਉੱਤੇ ਵਸਤਰ ਨਹੀਂ ਪਾ ਰਿਹਾ, ਕੱਪੜੇ ਨਹੀਂ ਪਾ ਰਿਹਾ, ਗੁਰਬਾਣੀ ਉਹਦੇ ਬਾਰੇ ਚ ਪਤਾ ਕੀ ਕਹਿੰਦੀ ਹੈ? ਮੂਰਖ ਅੰਧੇ ਪੱਤ ਗਵਾਈ। ਕਹਿੰਦੇ ਤੇ ਸਿਰ ਦਾ ਮੂਰਖ ਬੰਦਾ, ਇਹ ਨਗਨ ਹੋ ਗਿਆ। ਜੇ ਕੱਪੜੇ ਹੈਗੇ ਨੇ ਤੇ ਪਾਉਣੇ ਚਾਹੀਦੇ ਆ ਨਾ ਤਨ ਦੇ ਉੱਤੇ, ਕਿਉਂ ਨਹੀਂ ਪਾਣੇ? ਕੱਪੜੇ ਲਾ ਕੇ ਬੰਦਾ ਕਹਿ ਰਿਹਾ ਮੈਂ ਧਰਮੀ ਹੋ ਗਿਆ, ਕਿੱਡੀ ਕਮਾਲ ਦੀ ਗੱਲ ਹੈ। ਕਿ ਇਸ ਤਰੀਕੇ ਨਾਲ ਧਰਮੀ ਹੋਇਆ ਜਾਂਦਾ? ਜਿਹੜਾ ਧਰਮ ਹੈ ਨਾ, ਉਹ ਤੇ ਗੁਣਾਂ ਦਾ ਨਾਮ ਹੈ। ਬੰਦਾ ਆਪਣੇ ਤਨ ਦੇ ਉੱਤੇ ਵਧੀਆ ਕੱਪੜੇ ਪਾਵੇ, ਵਧੀਆ ਪਹਿਰਾਵਾ ਪਾਵੇ, ਮਨਾਹੀ ਥੋੜੀ ਨਾ ਕੀਤੀ ਗਈ ਹੈ। ਪਾਓ ਤਨ ਦੇ ਉੱਤੇ ਕੱਪੜੇ। ਤੁਹਾਡੇ ਕੋਲ ਬਰਤਨ ਹੈਗੇ ਨੇ, ਬਰਤਨ ਦੇ ਵਿੱਚ ਤੁਸੀਂ ਖਾਣਾ ਖਾਓ, ਮੋਨੀ ਹੋਣ ਦੀ ਕੀ ਲੋੜ ਹੈ? ਬੋਲੋ, ਗੱਲਾਂ ਕਰੋ ਇੱਕ ਦੂਜੇ ਦੇ ਨਾਲ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਠੀਕ ਹੈ ਨਾ? ਇਹ ਸਾਰੇ ਦੇ ਸਾਰੇ ਕੰਮ ਨੇ ਜਿਹੜੇ, ਉਹ ਤੇ ਆਪਾਂ ਕਰਨੇ ਨੇ। ਪਰ ਬੰਦੇ ਨੇ ਮੋਨੀ ਹੋ ਕੇ, ਕਰ ਪਾਤੀ, ਹੱਥਾਂ ਦੇ ਭੋਜਨ ਛਕ ਕੇ ਤੇ ਨੰਗੇ ਰਹਿ ਕੇ ਜੰਗਲਾਂ ਦੇ ਵਿੱਚ ਮਾਰੇ ਮਾਰੇ ਫਿਰ ਕੇ ਆਪਣੇ ਆਪ ਨੂੰ ਕੀ ਸਮਝ ਲਿਆ? ਵੇਖੋ ਜੀ, ਮੈਂ ਬਹੁਤ ਵੱਡਾ ਧਰਮੀ ਹਾਂ। ਪਰ ਇਹ ਧਰਮੀ ਦੀ ਨਿਸ਼ਾਨੀ ਨਹੀਂ ਹੈ, ਇਹ ਮੂਰਖ ਬੰਦਿਆਂ ਦੀ ਨਿਸ਼ਾਨੀ ਹੈ। ਧਰਮੀ ਕੌਣ ਹੁੰਦਾ ਹੈ? ਜਿਹਨੇ ਧਰਮ ਨੂੰ ਜੀਵਨ ਚ ਕਮਾਇਆ ਹੈ। ਤੇ ਧਰਮ ਕੀ ਹੈ? ਧਰਮ ਹੈ ਚੰਗੇ ਗੁਣ। ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਸ਼੍ਰੇਸ਼ਟ ਧਰਮ ਕਿਹੜਾ ਹੈ? ਹਰ ਕੋ ਨਾਮ ਜਪ, ਭਾਵ ਚੰਗੇ ਗੁਣਾਂ ਨੂੰ ਜੀਵਨ ਦੇ ਵਿੱਚ ਕਮਾਉਣਾ। ਸਤ, ਸੰਤੋਖ, ਦਇਆ, ਧੀਰਜ, ਇਮਾਨਦਾਰੀ, ਉਦਮ ਨੂੰ ਜੀਵਨ ਦੇ ਵਿੱਚ ਕਮਾਉਣਾ ਤੇ ਨਿਰਮਲ ਕਰਮ ਕਰਨੇ, ਨੇਕ ਕਰਮ ਆਪਣੇ ਜੀਵਨ ਦੇ ਵਿੱਚ ਕਰਨੇ। ਜਿਹੜਾ ਬੰਦਾ ਗੁਣਾਂ ਨੂੰ ਜੀਵਨ 'ਚ ਕਮਾ ਕੇ ਗੁਣਾਂ ਦੇ ਅਕੋਰਡਿੰਗ ਨੇਕ ਕਰਮ ਕਰ ਰਿਹਾ ਹੈ, ਉਹ ਧਰਮ ਨੂੰ ਕਮਾ ਰਿਹਾ ਹੈ। ਤੇ ਮਹਿਲਾ ਪੰਜਵਾਂ ਇਹ ਗੱਲ ਕਹਿੰਦੇ ਨੇ, ਸਭ ਤੋਂ ਸ਼੍ਰੇਸ਼ਟ ਧਰਮ ਹੈ ਹੀ ਇਹ। ਬਾਕੀ ਦਾ ਸਭ ਪਖੰਡ ਹੈ, ਬਾਕੀ ਦੇ ਸਭ ਕਰਮ ਕਾਂਡ ਨੇ। ਮੋਨ ਭਇਓ ਕਰ ਪਾਤੀ, ਰਹਿਓ ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ। ਕਹਿੰਦੇ ਕੋਈ ਬੰਦਾ ਜਿੰਨੇ ਮਰਜੀ ਤਟ ਤੀਰਥ ਇਹਨਾਂ ਜਗਾਵਾਂ ਦੇ ਉੱਤੇ ਚਲਿਆ ਜਾਵੇ, ਸਾਰੀ ਦੀ ਸਾਰੀ ਧਰਤੀ ਦਾ ਭ੍ਰਮਣ ਕਰ ਲਵੇ। ਕਈ ਲੋਕ ਤੁਸੀਂ ਵੇਖੇ ਹੋਣਗੇ ਨਾ,
ਉਹ ਇੱਕ ਤੀਰਥ ਤੋਂ ਦੂਜੇ ਤੀਰਥ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ, ਬਸ ਭਟਕਦੇ ਰਹਿੰਦੇ ਨੇ। 68 ਤੀਰਥਾਂ ਦੀ ਯਾਤਰਾ ਤੇ ਚੱਲੇ ਆ ਜੀ ਅਸੀਂ। ਕੋਈ ਕਹਿੰਦਾ ਅਸੀਂ ਫਲਾਣੇ 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 ਤਖਤਾਂ ਦੀ ਯਾਤਰਾ ਦੇ ਉੱਤੇ ਚੱਲੇ ਆ ਜੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ ਤੇ, ਤੀਜੀ ਜਗ੍ਹਾ ਤੋਂ ਚੌਥੀ ਜਗ੍ਹਾ ਦੇ ਉੱਤੇ, ਬਸ ਜਾਈ ਜਾਓ ਜਾਈ ਜਾਓ ਜਾਈ ਜਾਓ। ਮਹਿਲਾ ਪੰਜਵਾਂ ਨੇ ਪਤਾ ਕੀ ਆਖਿਆ? ਕਹਿੰਦੇ ਕੁਝ ਗਿਣਤੀ ਦੇ ਤੀਰਥਾਂ ਦੀ ਗੱਲ ਨਹੀਂ, ਕੁਝ ਗਿਣਤੀ ਦੇ ਸੋ ਕਾਲਡ ਧਾਰਮਿਕ ਸਥਾਨਾਂ ਦੇ ਉੱਤੇ ਜਾਣ ਦੀ ਗੱਲ ਨਹੀਂ। ਤੂੰ ਭਾਵੇਂ ਸਾਰੀ ਦੀ ਸਾਰੀ ਧਰਤੀ ਦਾ ਭ੍ਰਮਣ ਕਰ ਲੈ, ਸਾਰੀ ਦੀ ਸਾਰੀ ਧਰਤੀ ਫਿਰ ਲੈ ਤੂੰ, ਸਾਰੀ ਦੀ ਸਾਰੀ ਧਰਤੀ, ਪਰ ਸੱਚ ਕਰਕੇ ਜਾਣੀ ਇਹ ਸਭ ਕਰਮਕਾਂਡ ਹੈ, ਇਹ ਸਭ ਕਰਮਕਾਂਡ ਹੈ। ਤੇਰਾ ਤੀਰਥਾਂ ਦੇ ਉੱਤੇ ਜਾਣਾ ਵੀ ਕਰਮਕਾਂਡ ਹੈ। ਤੇ ਕੱਲੀ ਤੀਰਥਾਂ ਦੀ ਗੱਲ ਨਹੀਂ, ਤੂੰ ਸਾਰੀ ਸਾਰੀ ਧਰਤੀ ਵੀ ਫਿਰ ਲਏਗਾ ਨਾ ਤਾਂ ਵੀ ਕੋਈ ਫਾਇਦਾ ਨਹੀਂ ਹੋਣਾ ਤੈਨੂੰ। ਜੀਵਨ ਦੇ ਵਿੱਚ ਕੋਈ ਚੇਂਜ, ਕੋਈ ਬਦਲਾਵ, ਕੋਈ ਖੁਸ਼ੀ, ਕੋਈ ਖੇੜਾ, ਕੋਈ ਆਨੰਦ ਇਹ ਨਹੀਂ ਆ ਸਕੇਗਾ, ਭਾਵੇਂ ਜੋ ਮਰਜ਼ੀ ਕਰ ਲੈ। ਤਟ ਤੀਰਥ ਸਭ ਧਰਤੀ ਭ੍ਰਮਿਓ, ਪਰ ਅਗਲੀ ਗੱਲ ਆਖੀ ਦੁਬਿਧਾ ਛੁਟਕੈ ਨਹੀਂ। ਜਿਹੜੀ ਦੁਬਿਧਾ ਹੈ ਨਾ, ਤੇਰਾ ਮਨ ਜਿਹੜਾ ਹੈ ਬਾਰ-ਬਾਰ ਭਟਕਦਾ ਰਹਿੰਦਾ ਹੈ, ਇਹ ਚੀਜ਼ ਖਤਮ ਨਹੀਂ ਹੋ ਸਕਣੀ ਤੇਰੇ ਅੰਦਰੋਂ। ਤੂੰ ਸੋਚੇ ਕਿ ਮੇਰਾ ਮਨ ਟਿਕ ਜਾਵੇਗਾ, ਮੈਂ ਮੋਨੀ ਹੋ ਜਾਵਾਂ। ਤੂੰ ਸੋਚੇ ਮੈਂ ਕਰਪਾਤੀ ਹੱਥ ਤੇ ਧਰ ਕੇ ਭੋਜਨ ਛਕਣ ਲੱਗ ਪਵਾਂ, ਮੇਰਾ ਮਨ ਟਿਕ ਜਾਵੇਗਾ। ਤੂੰ ਸੋਚੇ ਮੈਂ ਨਗਨ ਰਵਾਂ ਤੇ ਬਨ ਦੇ ਵਿੱਚ ਘੁੰਮਾਂ, ਮੇਰਾ ਮਨ ਟਿਕ ਜਾਵੇਗਾ। ਤੂੰ ਸੋਚੇ ਮੈਂ ਵੱਖ-ਵੱਖ ਤੀਰਥਾਂ ਦੇ ਉੱਤੇ ਜਾਵਾਂ, ਧਰਤੀ ਦਾ ਭ੍ਰਮਣ ਕਰ ਲਵਾਂ, ਮੇਰਾ ਮਨ ਟਿਕ ਜਾਵੇਗਾ। ਮਹਿਲਾ ਪੰਜਵਾਂ ਕਹਿੰਦੇ ਨੇ ਦੁਬਿਧਾ ਛੁਟਕੈ ਨਹੀਂ। ਦੁਬਿਧਾ ਡੁਐਲਿਟੀ ਜੀਵਨ ਦੇ ਵਿੱਚ ਬਣੀ ਰਹੇਗੀ। ਇਹ ਮਨ ਜਿਹੜਾ ਹੈ ਨਾ, ਇਹ ਬਸ ਭਟਕਦਾ ਹੀ ਰਹੇਗਾ, ਇਹ ਮਨ ਟਿਕਣ ਵਾਲਾ ਨਹੀਂ ਹੈ। ਕਿਉਂਕਿ ਮਨ ਜਿਹੜਾ ਹੈ ਨਾ, ਇਹ ਪੰਛੀ ਵਰਗਾ ਹੈ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾਂ ਦਿਸ਼ ਜਾਏ। ਜਿਵੇਂ ਪੰਛੀ ਇੱਕ ਥਾਂ ਤੋਂ ਦੂਜੀ ਥਾਂ ਤੇ, ਦੂਜੀ ਥਾਂ ਤੋਂ ਤੀਜੀ ਥਾਂ ਤੇ, ਤੀਜੀ ਤੋਂ ਚੌਥੀ, ਚੌਥੀ ਤੋਂ ਪੰਜਵੀਂ ਥਾਂ ਦੇ ਉੱਤੇ ਜਾਂਦਾ ਹੈ ਨਾ, ਬੰਦਿਆ ਤੇਰਾ ਮਨ ਵੀ ਜਿਹੜਾ ਹੈ ਨਾ, ਇਹ ਪੰਛੀ ਵਰਗਾ ਏ। ਇਹਨੇ ਵੀ ਉਡਾਰੀਆਂ ਲਾਈ ਹੀ ਜਾਣੀਆਂ ਨੇ, ਇਹ ਵੀ ਟਿਕਣ ਵਾਲਾ ਨਹੀਂ ਹੈਗਾ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾਂ ਦਿਸ਼ ਜਾਏ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹਨੇ ਟਿਕਣਾ ਨਹੀਂ ਹੈ, ਇਹ ਜਿੱਦਾਂ ਦੀ ਸੰਗਤ ਵਿੱਚ ਜਾ ਕੇ ਬੈਠੇਗਾ ਉਹੋ ਜਿਹਾ ਹੀ ਹੋ ਜਾਏਗਾ। ਇਸ ਕਰਕੇ ਜੇ ਚਾਹੁੰਦਾ ਹੈ ਨਾ ਭਲਿਆ ਕਿ ਜੀਵਨ ਦੇ ਵਿੱਚੋਂ ਦੁਬਿਧਾ ਨਿਕਲ ਜਾਵੇ, ਇਹਨਾਂ ਕਰਮ ਕਾਂਡਾਂ ਨੂੰ ਛੱਡ ਪਿਆਰੇ। ਇਨ ਵਿਦ ਆ ਜਿਹੜੇ ਤਰੀਕੇ ਨੇ, ਇਨ ਵਿਦ ਮਿਲਣ ਨਾ ਜਾਈ। ਸੁਖ ਆਨੰਦ ਨੂੰ ਮਿਲਿਆ ਨਹੀਂ ਜਾ ਸਕਦਾ ਇਹਨਾਂ ਤਰੀਕਿਆਂ ਨੂੰ ਫੋਲੋ ਕਰਕੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਨੇਕਾਂ। ਮਹਿਲਾ ਪੰਜਵਾਂ ਕਹਿੰਦੇ ਮੈਂ ਬਥੇਰੇ ਲੋਕਾਂ ਨੂੰ ਵੇਖਿਆ ਇਹੋ ਜਿਹੇ ਕਰਮ ਕਰਦੇ। ਕਰਨਾ ਕੀ ਪਏਗਾ? ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਤੈਨੂੰ ਤੇ ਸੱਚੇ ਗਿਆਨ ਦੇ ਅੱਗੇ ਆਪਾਂ ਸਮਰਪਿਤ ਕਰਨ ਦੀ ਲੋੜ ਹੈ। ਜੇ ਤੂੰ ਚਾਹੁੰਦਾ ਹੈ ਕਿ ਤੇਰਾ ਮਨ ਟਿਕ ਜਾਵੇ, ਜੇ ਤੂੰ ਚਾਹੁੰਦਾ ਹੈ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਟਿਕਾ ਆ ਜਾਵੇ, ਤੇ ਜਿਹੜਾ ਸੱਚਾ ਗਿਆਨ ਇੱਥੇ ਪਿਆ ਹੋਇਆ ਹੈ ਨਾ, ਜਿਹੜੇ ਚੰਗੇ ਗੁਣ ਤੇਰੇ ਇੱਥੇ ਪਏ ਹੋਏ ਨੇ ਨਾ, ਉਸ ਸੱਚੇ ਗਿਆਨ ਦੇ ਨਾਲ ਉਹਨਾਂ ਗੁਣਾਂ ਦੇ ਨਾਲ ਸਾਂਝ ਪਾ, ਸੰਤੋਖ ਨਾਲ ਸਾਂਝ ਪਾ, ਦਇਆ ਨਾਲ ਸਾਂਝ ਪਾ, ਧੀਰਜ ਨਾਲ ਸਾਂਝ ਪਾ, ਇਮਾਨਦਾਰੀ ਨਾਲ ਸਾਂਝ ਪਾ, ਸੱਚੇ ਗਿਆਨ ਨਾਲ ਸਾਂਝ ਪਾ ਕੇ ਵਿਵੇਕ ਨੂੰ ਆਪਣੇ ਅੰਦਰ ਡਿਵੈਲਪ ਕਰ। ਵਿਵੇਕ ਤੈਨੂੰ ਦੱਸੇਗਾ ਕੀ ਸਹੀ ਹੈ, ਕੀ ਗਲਤ ਹੈ, ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਜਦੋਂ ਤੈਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਜਾਵੇਗਾ ਨਾ, ਤੇ ਫਿਰ ਤੂੰ ਡਿਸਾਈਡ ਕਰ ਸਕਦਾ ਹੈ ਕਿ ਮੈਂ ਹੁਣ ਹਮੇਸ਼ਾ ਸਹੀ ਪਾਸੇ ਹੀ ਜਾਵਾਂ। ਜਦੋਂ ਤੇਰਾ ਮਨ ਸਹੀ ਪਾਸੇ ਜਾਣ ਲੱਗ ਪਿਆ, ਦੁਬਿਧਾ ਤੇਰੇ ਜੀਵਨ ਚੋਂ ਆਪੇ ਹੀ ਨਿਕਲ ਜਾਵੇਗੀ। ਹਜੇ ਦੁਬਿਧਾ ਕਿਉਂ ਹੈ? ਕਿਉਂਕਿ ਸੱਚਾ ਗਿਆਨ ਤੇਰੇ ਪੱਲੇ ਨਹੀਂ ਹੈ, ਸਚਾਈ ਤੇਰੇ ਪੱਲੇ ਨਹੀਂ ਹੈ। ਇਸ ਕਰਕੇ ਉਦਮ ਕਰ, ਸੱਚੇ ਗਿਆਨ ਦੇ ਨਾਲ ਸਾਂਝ ਪਾ, ਸਚਾਈ ਜੀਵਨ ਦੇ ਵਿੱਚ ਲੈ ਕੇ ਆ। ਮਨ ਆਪੇ ਹੀ ਡੋਲਣਾ ਬੰਦ ਕਰ ਦੇਵੇਗਾ, ਦੁਬਿਧਾ ਜੀਵਨ ਚੋਂ ਨਿਕਲ ਜਾਏਗੀ। ਪਰ ਜੇ ਦੁਬਿਧਾ ਜੀਵਨ ਦੇ ਵਿੱਚੋਂ ਨਾ ਕੱਢੀ ਤੇ ਸੱਚ ਕਰਕੇ ਜਾਣੀ ਪਲ ਪਲ ਮਰਦਾ ਰਵੇਂਗਾ। ਕੁੱਤੇ ਵੱਲ ਵੇਖਿਆ ਹੋਣਾ, ਜਿਹੜਾ ਕੁੱਤਾ ਸੜਕ ਪਾਰ ਕਰ ਰਿਹਾ ਹੋਵੇ ਨਾ, ਤਾਂ ਦੋਵੇਂ ਪਾਸੇ ਤੋਂ ਟ੍ਰੈਫਿਕ ਆ ਰਿਹਾ ਹੋਵੇ, ਉਹ ਕੁੱਤਾ ਕਦੀ ਉਧਰ ਵੇਖਦਾ, ਕਦੀ ਉਧਰ ਵੇਖਦਾ, ਕਦੀ ਉਧਰ ਵੇਖਦਾ, ਕਦੀ ਉਧਰ ਵੇਖਦਾ, ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਇਸੇ ਚੱਕਰ 'ਚ ਹੀ ਮਾਰਿਆ ਜਾਂਦਾ ਕਈ ਵਾਰੀ।
ਬਹੁਤੀ ਵਾਰ ਦੁविधा ਵਾਲੇ ਬੰਦਿਆਂ ਦੇ ਨਾਲ ਵੀ ਐਸਾ ਹੀ ਹੁੰਦਾ ਹੈ, ਕਦੀ ਉਹ ਇਸ ਪਾਸੇ, ਕਦੀ ਉਸ ਪਾਸੇ, ਕਦੀ ਇਸ ਪਾਸੇ, ਕਦੀ ਉਸ ਪਾਸੇ, ਤੇ ਆਤਮਿਕ ਮੌਤ ਜਿਹੜੀ ਹੈ ਨਾ ਆ ਕੇ ਮਾਰ ਦਿੰਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਸੱਚ ਵਿਸਰਿਆ ਹੋਇਆ ਤੇ ਬੰਦਾ ਆਤਮਿਕ ਮੌਤ ਤੇ ਮਰ ਜਾਂਦਾ ਹੈ। ਪਰ ਜੇ ਸੱਚ ਨੂੰ ਆਖਦਾ ਰਵੇ, ਸੱਚੇ ਗਿਆਨ ਨਾਲ ਜੁੜਿਆ ਹੋਵੇ, ਚੰਗੇ ਗੁਣਾਂ ਨਾਲ ਜੁੜਿਆ ਹੋਵੇ, ਤੇ ਮਨੁੱਖ ਆਤਮਿਕ ਮੌਤੇ ਨਹੀਂ ਮਰ ਸਕਦਾ, ਬਚ ਸਕਦਾ ਹੈ। ਸੋ ਸਾਨੂੰ ਅੱਜ ਸੱਚੇ ਗਿਆਨ ਵਾਲੇ ਪਾਸੇ ਨੂੰ ਉਦਮ ਕਰਨ ਦੀ ਲੋੜ ਹੈ।